कबीला लोगों ने एस्टैब्लिश की थी और वो लोग इतने जंगजू और देश को प्यार करने वाले थे कि जो महात्मा गांधी ने 1920 ਦੇ ਵਿੱਚ अपनी नॉन कोऑपरेशन मूवमेंट स्टार्ट की थी ਤਾਂ ਮਪੀਲਾ ਦਾ ਇੰਨਾ ਵੱਧ ਚੜ ਕੇ ਯੋਗਦਾਨ ਸੀ ਕਿ ਘੱਟੋ ਘੱਟ 2500 ਮਪੀਲਾ ਲੋਕਾਂ ਨੂੰ ਫਾਂਸੀ ਦਿੱਤੀ ਗਈ। ਬਟ ਜਦੋਂ ਤੁਸੀਂ ਸਟੈਟਿਸਟਿਕ ਨੂੰ ਅੱਗੇ ਜਾ ਕੇ ਐਕਸਪਲੋਰ ਕਰਦੇ ਹੋ ਮਪੀਲਾ ਲੋਕ ਤਾਂ ਕਹਿੰਦੇ ਨੇ ਕਿ ਸਾਡੀ 500 ਸ਼ਹਾਦਤ ਹੈ ਨॉन ਕੋਆਪਰੇਸ਼ਨ ਮੂਵਮੈਂਟ ਦੇ ਵਿੱਚ, ਬਟ ਬੁੱਕਸ ਦੇ ਵਿੱਚ ਉਹਦਾ ਐਵੀਡੈਂਸ 2500 ਦੇ ਕਰੀਬ ਮਿਲਦਾ। ਇਸ ਦੇ ਨਾਲ ਹੀ ਮੈਂ ਆਪਣੀ ਬਾਤ ਨੂੰ ਖਤਮ ਕਰਦਾ ਹੋਇਆ अपनी तंजीम के ही अगले साथी जो कि एडवोकेट भी ने जिन्होंने साडी कम्यूनिटी का सर भी उच्चा किया मोहम्मद जावेद नू कॉल करांगा, क्योंकि तुहानू पता ही है कि बीजेपी और आरएसएस किस तरीके दे नाल सानू कानूनी मार दे रही है। असी एजुकेशन वाल ध्यान नहीं दिता, उन्होंने लैजिसलेचर च बढ़ के एग्जीक्यूटिव च बढ़ के जुडिशरी च बढ़ के कानूनां नाल छेड़छाड़ शुरू की, कलम की मार मारनी शुरू की। नंबर ऑफ लॉज ने अगर वक्त बचा तो एक कानून पर तफसीली बात करेंगे आज ही। बट मेरा वीर सिर्फ वकफ एक्ट की है, वकफ एक्ट की सी और सेंट्रल गवर्नमेंट उसदे विच की अमेंडमेंट करना चाहती है, बड़ी सरल ते साधारण भाषा दे विच तुहानू बयान करूंगा। साडी तंजीम दा ही डॉक्टर जावेद मोहम्मद जावेद। ज्वाइंट पार्लीमेंट कमेंट्री के पास 22 अगस्त को भेज दिता ते ये बिल जिहड़ा पेश किया सी ये 8 अगस्त 2024 को पेश किया सी। आपां सारे भारत दे विच रहने आ, आपां सारे जानते हैं कि बीजेपी सरकार की जो ये कोशिश आ इसके पीछे की एजेंडा या सरकार के पास वकफ को लैके की शिकायतां जांदियां ने, इस मुद्दे के उपर आपां सारी गल करांगे। सब तो पहले जो आप वकफ की गल करिए तो वकफ जो एक्ट है बीजेपी सरकार पहला उसका नाम बदलने लगी है। वकफ एक्ट का जो नाम है उसनू यूनाइटेड उसनू एक उम्मीद यानी कि यूनाइटेड मैनेजमेंट एफिशिएंसी एम्पावरमेंट एंड डेवलपमेंट एक्ट इस वकफ एक वो चीज़ है भी कोई एक इंसान वो मुसलमान भी हो सकता गैर मुस्लिम भी हो सकता, वो अपनी जिंदगी च कमाई हुई कोई जायदाद प्रॉपर्टी कोई संपत्ति है उन्होंने रिलीजीयस धार्मिक जोड़ा है उसके लिए खर्च कर सकता या उसको किसी चैरिटेबल के रूप में खर्च कर सकता। उसको मुस्लिम कानून के मुताबिक परमानेंट डेडिकेशन टू अल्लाह यानी कि भी उसको मुसलमान कानून के मुताबिक प्रॉपर्टी को वकफ कर दिता जाता। वकफ का मतलब एक बार किसी एक इंसान ने प्रॉपर्टी वकफ करती तो उसकी मालकी खत्म हो जूगी।
ਉਸ ਨੂੰ ਦੁਬਾਰਾ ਵਕਫ ਤੋਂ ਖਾਰਜ ਨਹੀਂ ਕੀਤਾ ਜਾ ਸਕਦਾ। ਆਪਣੇ ਸਮਾਜ ਦੇ ਵਿੱਚ ਹੋਰ ਵੀ ਬਹੁਤ ਚੈਰੀਟੇਬਲ ਟਰਸਟ ਬਣੇ ਨੇ ਜਿਨ੍ਹਾਂ ਨੂੰ ਕਿ ਤੋੜਿਆ ਨਹੀਂ ਜਾ ਸਕਦਾ ਔਰ ਉਹਨਾਂ ਤੋਂ ਪਰਸਨਲ ਜਿਹੜੇ ਬੈਨੀਫਿਟ ਨੇ ਮੁਨਾਫੇ ਵੀ ਲੈ ਜਾ ਸਕਦੇ ਨੇ। ਪਰ ਵਕਫ ਇੱਕ ਅਜਿਹੀ ਪ੍ਰਾਪਰਟੀ ਆ ਜਿਸ ਨੂੰ ਨਾ ਤਾਂ ਇੱਕ ਵਾਰ ਕਰਕੇ ਤੋੜਿਆ ਜਾ ਸਕਦਾ ਨਾ ਖਤਮ ਕੀਤਾ ਜਾ ਸਕਦਾ। ਐਕਟ ਦੇ ਵਿੱਚ ਸੀ, ਉਸ ਤੋਂ ਬਾਅਦ ਸਾਲ 1923 ਦੇ ਵਿੱਚ ਸਰਕਾਰ ਨੇ ਉਸ ਟਾਈਮ ਬ੍ਰਿਟਿਸ਼ ਦਾ ਰਾਜ ਸੀ, ਉਸ ਬਾਅਦ ਇਸ ਨੂੰ ਮੁਸਲਮਾਨ ਵਕਫ ਐਕਟ ਦੇ ਵਿੱਚ ਤਬਦੀਲ ਕਰਤਾ। ਫਿਰ ਸਾਲ 1954 ਦੇ ਵਿੱਚ ਇਸ ਨੂੰ ਦਾ ਸੈਂਟਰਲ ਵਕਫ ਦੇ ਐਕਟ ਵਿੱਚ ਤਬਦੀਲ ਕਰਤਾ। ਉਸ ਤੋਂ ਬਾਅਦ ਕੁਝ ਵਕਫ ਦੀਆਂ ਪ੍ਰਾਪਰਟੀਆਂ ਦੇ ਰਿਕਾਰਡ ਨਾ ਮਿਲਣ ਕਰਕੇ ਇਸ ਨੂੰ ਵਕਫ ਐਕਟ 1995 ਜੋ ਕਿ ਹੁਣ ਤੱਕ ਚੱਲਦਾ ਆ ਰਿਹਾ ਸੀ ਉਸ ਦੇ ਵਿੱਚ ਤਬਦੀਲ ਕਰਤਾ ਸੀ। ਪਰ ਹੁਣ ਸਾਲ 2024 ਦੇ ਵਿੱਚ ਬੀਜੇਪੀ ਸਰਕਾਰ ਨੇ ਇਸ ਨੂੰ ਉਮੀਦ ਯਾਨੀ ਕਿ ਯੂਨਾਈਟਿਡ ਮੈਨੇਜਮੈਂਟ ਐਫੀਸ਼ੀਐਂਸੀ ਇੰਪਾਵਰਮੈਂਟ ਐਂਡ ਡਿਵੈਲਪਮੈਂਟ ਐਕਟ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਆ। ਆਪਾਂ ਇਸ ਦੇ ਬਾਰੇ ਵੀ ਅੱਗੇ ਜਾ ਕੇ ਚਰਚਾ ਕਰਾਂਗੇ ਵੀ ਇਸ ਦੇ ਨਾਲ ਆਪਣੇ ਜਿਹੜੇ ਅਧਿਕਾਰਾਂ ਤੇ ਆਪਣੀਆਂ ਵਕਫ ਦੀਆਂ ਪ੍ਰਾਪਰਟੀਆਂ ਤੇ ਕਿਵੇਂ ਕਬਜ਼ੇ ਹੋਏ ਨੇ। ਇਸ ਦੇ ਦੌਰਾਨ ਇੱਕ ਸਾਲ 2006 ਦੇ ਵਿੱਚ 425 ਪੇਜਾਂ ਦੀ ਇੱਕ ਸੱਚਰ ਕਮੇਟੀ ਨੇ ਰਿਪੋਰਟ ਤਿਆਰ ਕੀਤੀ ਸੀ। ਜੋ ਸੱਚਰ ਕਮੇਟੀ ਸੀ ਉਸ ਦੇ ਵਿੱਚ 7 ਮੈਂਬਰੀ ਕਮੇਟੀ ਸੀ। ਇੱਕ ਉਸ ਦੇ ਵਿੱਚ ਹਾਈ ਕੋਰਟ ਦੇ ਜੱਜ ਸੀਗੇ ਜਿਨ੍ਹਾਂ ਦਾ ਨਾਮ ਜਸਟਿਸ ਰਜਿੰਦਰ ਸੱਚਰ ਸੀ, ਉਹਨਾਂ ਦੇ ਨਾਮ ਦੀ ਇਹ ਕਮੇਟੀ ਬਣੀ ਸੀ। ਉਸ ਦੇ ਵਿੱਚ ਬੜੇ ਹੀ ਮਤਲਬ ਉਹਨਾਂ ਨੇ ਮੁਸਲਮਾਨਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਔਰ ਸਿੱਖਿਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੀ ਤਕਰੀਰ ਨੂੰ ਸਰਲ ਭਾਸ਼ਾ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂ ਕਿਉਂਕਿ ਮੇਰਾ ਮਤਲਬ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣਾ ਹੈ ਨਾ ਕਿ ਔਖੇ ਸ਼ਬਦਾਂ ਦਾ ਉਚਾਰਨ ਕਰਕੇ ਤੁਹਾਨੂੰ ਵੀ ਦੱਸਣਾ ਕਿ ਮੈਨੂੰ ਇੰਨਾ ਕੁਝ ਵੀ ਲੱਗਦਾ ਹੈ। ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਇੱਕ ਜੰਮੂ ਕਸ਼ਮੀਰ ਦੇ ਬਰਾਬਰ ਤੇ ਖਾਲੀ ਥਾਂ ਪਈ ਹੈ। ਇੱਥੋਂ ਇੱਕ ਦਰਿਆ ਉੱਠਦਾ ਹੈ ਜਿਸ ਦਾ ਨਾਮ ਇੰਡਸ ਜਾਂ ਪੰਜਾਬੀ 'ਚ ਆਪਾਂ ਉਸ ਨੂੰ ਸਿੰਧੂ ਦਰਿਆ ਬੋਲਦੇ ਹਾਂ। ਇਹ ਸਿੰਧੂ ਦਰਿਆ ਭਾਰਤ ਦੇ ਲੱਦਾਖ ਰਾਹੀਂ ਐਂਟਰ ਹੁੰਦਾ, ਲੱਦਾਖ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਹੁੰਦਾ ਹੋਇਆ ਜਾ ਕੇ ਪਾਕਿਸਤਾਨ ਚਲੇ ਜਾਂਦਾ ਤੇ ਪਾਕਿਸਤਾਨ ਦੇ ਵਿੱਚੋਂ ਨਿਕਲਦਾ ਹੋਇਆ ਜਾ ਕੇ ਨੀਚੇ ਅਰਬ ਸਾਗਰ ਦੇ ਵਿੱਚ ਡਿੱਗ ਜਾਂਦਾ। ਅੱਜ ਤੋਂ ਲਗਭਗ 5000 ਸਾਲ ਪਹਿਲਾਂ ਇੱਥੇ ਇੱਕ ਸਭਿਅਤਾ ਰਹਿ ਰਹੀ ਸੀ। ਸਭਿਅਤਾ ਮਾਨੇ ਕਿ ਸੋਸਾਇਟੀ, ਉਹ ਸੋਸਾਇਟੀ ਜਿਸ ਕੋਲੇ ਜੋ ਕਿ ਡਿਵੈਲਪ ਹੋਏ, ਟ੍ਰੇਡਿੰਗ ਕਰਨ ਦਾ ਉਹਨਾਂ ਕੋਲੇ ਆਪਣਾ ਇੱਕ ਤਰੀਕਾ ਹੋਵੇ, ਉਸ ਨੂੰ ਆਪਾਂ ਸੋਸਾਇਟੀ ਬੋਲਦੇ ਹਾਂ। ਅੱਜ ਤੋਂ 5000 ਸਾਲ ਪਹਿਲਾਂ ਇੱਥੇ ਇੱਕ ਸੋਸਾਇਟੀ ਰਹਿ ਰਹੀ ਸੀ ਜਿਸ ਨੂੰ ਅਸੀਂ ਸਿੰਧੂ ਘਾਟੀ ਸਭਿਅਤਾ ਦੇ ਨਾਮ ਦੇ ਨਾਲ ਜਾਣਦੇ ਹਾਂ ਤੇ ਭਾਰਤ ਦੇ ਇਤਿਹਾਸਕਾਰ ਆਪਣਾ ਇਤਿਹਾਸ ਇੱਥੋਂ ਹੀ ਸ਼ੁਰੂ ਕਰਦੇ ਨੇ। ਜਦੋਂ ਹਿੰਦੁਸਤਾਨ ਦੇ ਵਿੱਚ ਸਿੰਧੂ ਘਾਟੀ ਸਭਿਅਤਾ ਰਹਿ ਰਹੀ ਸੀ, ਜਦੋਂ ਹਿੰਦੁਸਤਾਨ ਦੇ ਵਿੱਚ ਸਿੰਧੂ ਘਾਟੀ ਸਭਿਅਤਾ ਰਹਿ ਰਹੀ ਸੀ ਤਾਂ ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਆਰੀਅਨਸ ਨਾਮ ਦੀ ਜਾਤੀ ਪ੍ਰਵੇਸ਼ ਕਰਦੀ ਆ। ਆਰੀਅਨਸ ਜੋ ਕਿ ਇਤਿਹਾਸਕਾਰਾਂ ਦਾ ਮੱਤ ਹੈ ਕਿ ਮੱਧ ਏਸ਼ੀਆ ਤੋਂ ਉੱਠ ਕੇ ਹਿੰਦੁਸਤਾਨ ਦੇ ਵਿੱਚ ਆਏ ਸੀ। ਇਹ ਰੰਗ ਦੇ ਸਫੇਦ ਤੇ ਅੱਖਾਂ ਦੇ ਨੀਲੇ ਰੰਗ ਦੇ ਸੀ ਤੇ ਜੋ ਸਿੰਧੂ ਘਾਟੀ ਦੇ ਲੋਕ ਉਹ ਹਿੰਦੁਸਤਾਨ 'ਚ ਰਹਿ ਰਹੇ ਸੀ ਉਹ ਰੰਗ ਦੇ ਥੋੜੇ ਕਾਲੇ ਯਾਨੀ ਕਿ ਥੋੜੇ ਬਰਾਊਨ ਰੰਗ ਦੇ ਸੀ। ਹਿੰਦੁਸਤਾਨ ਦੇ ਵਿੱਚ ਜਦੋਂ ਆਰੀਅਨਸ ਆਏ ਤਾਂ ਉਹਨਾਂ ਦਾ ਸਿੰਧੂ ਘਾਟੀ ਸਭਿਅਤਾ ਦੇ ਨਾਲ ਇੱਕ ਲੜਾਈ ਹੋਈ ਸੀ ਜਿਸ ਦੇ ਵਿੱਚ ਆਰੀਅਨਸ ਜਿੱਤ ਗਏ ਤੇ ਉਹਨਾਂ ਦੇ ਪੈਰਾਂ ਤੋਂ ਪੈਦਾ ਹੋਏ। ਇਸ ਦੇ ਨਾਲ ਜੋ ਸ਼ੂਦਰ ਸੀ ਲਗਭਗ 300 ਜਾਂ 400 ਸਮਾਂ ਬਾਅਦ ਸ਼ੂਦਰਾਂ ਦੇ ਨਾਲ ਇੱਕ ਵਿਤਕਰਾ ਕੀਤਾ ਜਾਣ ਲੱਗਾ, ਡਿਸਕ੍ਰਿਮੀਨੇਸ਼ਨ ਕੀਤਾ ਜਾਣ ਲੱਗਾ। ਜਦੋਂ ਇਹ ਹਾਇਰਾਰਕੀ ਬਣੀ ਤਾਂ ਯਾਦ ਰਹੇ ਕਿ ਇਹ ਹਾਇਰਾਰਕੀ ਸਿਰਫ ਔਰ ਸਿਰਫ ਕਿੱਤੇ ਦੇ ਆਧਾਰ ਤੇ ਬਣੀ ਸੀ, ਸਿਰਫ ਔਰ ਸਿਰਫ ਕੰਮ ਦੇ ਆਧਾਰ ਤੇ ਬਣੀ ਸੀ। ਲੇਕਿਨ ਵਕਤ ਦੇ ਗੁਜ਼ਰਨ ਦੇ ਨਾਲ ਇਹੀ ਹਾਇਰਾਰਕੀ ਇਹੀ ਵਰਨਾ ਸਿਸਟਮ ਜਾ ਕੇ ਜਨਮ ਦੇ ਆਧਾਰ ਤੇ ਹੋ ਗਿਆ। ਇੱਥੇ ਮੈਂ ਇੱਕ ਬਾਤ ਵਾਅਦੇ ਕਰ ਦਵਾਂ ਕਿ ਰਿਗਵੇਦ ਦੇ ਅੰਦਰ 4 ਵਰਨਾਂ ਦਾ ਜੋ ਹਾਇਰਾਰਕੀ ਸ਼ਾਮਿਲ ਕੀਤੀ ਗਈ ਆ ਇਹ ਕੰਮ ਦੇ ਆਧਾਰ ਤੇ ਕੀਤੀ ਗਈ ਸੀ, ਲੇਕਿਨ ਵਕਤ ਦੇ ਬਦਲਣ ਦੇ ਨਾਲ ਜਨਮ ਦੇ ਆਧਾਰ ਤੇ ਕੀਤੀ ਗਈ। ਜਦੋਂ ਅੱਗੇ ਜਾ ਕੇ ਰਾਮਾਇਣ, ਮਹਾਕਾਵ, ਮਹਾਭਾਰਤ, ਉਪਨਿਸ਼ਦ, 18 ਪੁਰਾਣ ਲਿਖੇ ਗਏ ਤਾਂ ਉਸ ਵਿੱਚ ਇਹ ਚੀਜ਼ਾਂ ਮੈਂਸ਼ਨ ਕਰ ਦਿੱਤੀਆਂ ਗਈਆਂ। ਉਸ ਵਕਤ ਦੇ ਬ੍ਰਾਹਮਣਾਂ ਨੇ, ਉਸ ਵਕਤ ਦੇ ਜੋ ਉੱਚ ਵਰਗ ਦੇ ਲੋਕ ਸੀ, ਉਹਨਾਂ ਨੇ ਆਪਣੇ ਆਪ ਨੂੰ ਉੱਚਾ ਰੱਖਣ ਦੇ ਲਈ ਇਹ ਚੀਜ਼ਾਂ ਮੈਂਸ਼ਨ ਕਰਦੀਆਂ ਕਿ ਹੁਣ ਜੋ ਹਾਇਰਾਰਕੀ ਬਣੇਗੀ ਉਹ ਜਨਮ ਦੇ ਆਧਾਰ ਤੇ ਬਣੇਗੀ। ਹੁਣ ਜੋ ਹਾਇਰਾਰਕੀ ਹੋਏਗੀ, ਹੁਣ ਜੋ ਬ੍ਰਾਹਮਣ ਹੀ ਰਹੇਗਾ, ਜੋ ਕਸ਼ਤਰੀ ਹੈ, ਵੈਸ਼ੀ ਹੈ, ਸ਼ੂਦਰ ਹੈ, ਉਹਦੇ ਅੱਗੇ ਜਿੰਨੀ ਵੀ ਨਸਲਾਂ ਆਉਣਗੀਆਂ ਉਹ
जाएंगे, यानी कि जो ब्राह्मण है वो ब्राह्मण उसका जो इलाज लेकिन ब्राह्मण ही रहेगी, शुद्ध ही रहेगी, वैश्य ही रहेगी, तो क्षत्रिय ही रहेगी। लेकिन इतने मैं अपने बात को थोड़ा जिहा कटदा होया एक बात तुहाडे सामने रखना चाहांगा कि वक्त की करवट दे नाल जो चीज़ां आज तो 5000 साल पहला दूसरे धर्म दे विच मौजूद सी और साडे इस्लाम दे विच भी मौजूद हो गईयां। हालांकि इस्लाम दे विच तां ये ब्राह्मण क्षत्रिय वैश्य शूद्र का कोई जिक्र नहीं है, लेकिन असी मुसलमानों ने अपने इस्लाम दे विच अपने सोशल लाइफ दे विच चीज़ां नूं जन्म देता जिस नूं जातिवाद दा नाम दिंदे हां, जिस नूं असी हालांकि इस्लाम के इस चीज़ की कोई हैसियत नहीं है, लेकिन असी मुसलमानों ने अपने आप को कुछ मुसलमानों ने अपने आप को ऊंचा रखने के लिए जातिवाद को बहुत प्रमोट किया है। अज का मुसलमान शायद इन्ना अपने आप को फख्र महसूस नहीं करता कि मैं मुसलमान हाँ, जिन्ना कि वो अपने आप को अपनी जात के नाल दस्सण दा यतन करता है। एक हकीकत है। मेरे जहन में कुछ बात आ गई। एक आदमी सोशल मीडिया के ऊपर अपनी हर रोज भी नागे स्टोरी या स्टेटस मेंशन करता सी, जिस विच वो अपनी जात को बड़ा प्रमोट करता सी। मैं इतने किसी जात को तंज नहीं करूँगा, लेकिन मेरा एक पैगाम है जो आप तक पहुँचाना चाहूँगा। वो आदमी रोज भी नागे अपनी जात को प्रमोट करता, जब भी उसका कोई बात करता तो वो अपनी जात का नाम नाल जरूर जोड़ता अपने नाम में। एक दिन मैं तो रहा नहीं गया तो मैं उन्होंने पूछ ही लिया कि जनाब तुसी मुसलमान पहला हो या गुजर पहला हो। मैं किसी जात में बंद नहीं करता, मैं पूछ रहा हूँ कि तुसी मुसलमान पहला हो या गुजर पहला हो। मैंने साथ में जवाब दिया कि नहीं मैं गुजर मुसलमान हूँ। मैं सुन के बड़ा अफसोस किया, लेकिन खैर मेरा मौजूद ही है। बहरहाल